मेरा पिंड मेरे खेत प्रोग्राम विच किसान दोस्तों तुहाडा स्वागत है। बहुत ही एक अहम विषय ते गलबात करन जा रहे हाँ कि पराली तो गंडोयां दी खाद किवें बनाईए और इस विषय ते गलबात करन वास्ते साडे दरम्यान पहुँचे ने डॉक्टर मैडम नीरजा राणी जो पंजाब एग्रीकल्चर यूनिवर्सिटी लुधियाना विखे सेवा निभा रहे हैं। सो डॉक्टर मैडम नीरजा राणी जी तुहाडा साडे प्रोग्राम दे विच स्वागत है। सो और बहुत ही एक अहम विषा जिहदी गलबात करन जा रहे हैं और तुसीं भी जाणदे हो कि पंजाब दे किसान तकरीबन झोना जिहड़ा उन्हां कट्टना शुरू करता है और पराली तो जदों असीं गंडोयां दी खाद बनाउणी आ तां मैं समझना कि उहदे विच पंजाब एग्रीकल्चर यूनिवर्सिटी लुधियाना दा एक अहम रोल जिहड़ा वो हो जाता है। सो सब तो पहलां तुसीं दसो कि गंडोयां दी खाद जिहड़ी है उहदी साडे खेतां दे विच की महत्ता है। गंडोयां दी खाद साडे ਜ਼ਮੀਨਾਂ ਦਾ ਜੈਵਿਕ ਮਾਦਾ ਵਧਾਉਣ ਦੇ ਕੰਮ ਆਉਂਦੀ ਹੈ। ਜਿਵੇਂ ਕਿ ਤੁਹਾਡੇ ਨਾਲ ਗੱਲ ਕਰੂੰਗੀ ਮੈਂ ਕਿ ਸਾਡੀਆਂ ਜਿਹੜੀਆਂ ਜ਼ਮੀਨਾਂ ਹੈਗੀਆਂ ਪੰਜਾਬ ਦੇ ਵਿੱਚ ਜਿਵੇਂ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ, ਪੰਜਾਬ ਦੇ ਵਿੱਚ ਅੱਤ ਦੀ ਗਰਮੀ ਪੈਣ ਕਰਕੇ ਸਾਡੀਆਂ ਜ਼ਮੀਨਾਂ ਦਾ ਜਿਹੜਾ ਜੈਵਿਕ ਮਾਦਾ ਹੈ ਉਹ ਦਿਨ ਬ ਦਿਨ ਘਟਦਾ ਜਾ ਰਿਹਾ ਹੈ। ਸੋ ਜੈਵਿਕ ਮਾਦਾ ਵਧਾਉਣ ਦੇ ਲਈ ਅਸੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਗੰਡੋਆ ਖਾਦ ਦੀ ਵਰਤੋਂ ਕਰਦੇ ਹਾਂ। ਇਹਦੇ ਨਾਲ ਸਾਡੀਆਂ ਜ਼ਮੀਨਾਂ ਦੇ ਵਿੱਚ ਜਿਹੜੀ ਜੈਵਿਕ ਮਾਦੇ ਦੀ ਜਿਹੜੀ ਔਸਤ ਹੈਗੀ ਹੈ ਉਹ 0.4 ਤੋਂ ਲੱਗ ਕੇ 0.75% ਦੇ ਵਿਚਕਾਰ ਆ ਜਾਂਦੀ ਹੈ। ਤਾਂ ਅਸੀਂ ਉੱਥੋਂ ਸਾਡਾ ਆਈਡੀਆ ਲੱਗਦਾ ਹੈ ਕਿ ਜਿਹੜੀ ਸਾਡੀ ਜ਼ਮੀਨ ਹੈ ਹੁਣ ਉਹ ਸਿਹਤਮੰਦ ਹੋ ਰਹੀ ਹੈ। ਮੈਡਮ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਸਮੇਂ ਦੀ ਮੰਗ ਹੈ ਔਰ ਸਮੇਂ ਦੀ ਲੋੜ ਹੈ ਕਿ ਗੰਡੋਇਆਂ ਦੀ ਖਾਦ ਜਿਹੜੀ ਆ ਇਹ ਖੇਤਾਂ ਦੇ ਵਿੱਚ ਪਾਈ ਜਾਵੇ ਔਰ ਜਿਹੜਾ ਸਾਡਾ ਖੇਤਾਂ ਦੇ ਵਿੱਚ ਮਾਦਾ ਹੈ ਉਹਨੂੰ ਵਧਾਇਆ ਜਾਵੇ। ਸੋ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਗੰਡੋਇਆਂ ਦੀ ਖਾਦ ਤੇ ਕੋਈ ਗੰਡੋਇਆਂ ਦਾ ਕੋਈ ਲੱਛਣ ਇਹੋ ਜਿਹੇ ਆਉਂਦੇ ਨੇ ਸਾਡੇ ਖੇਤਾਂ ਦੇ ਵਿੱਚ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਹੁਣ ਅਸੀਂ ਜਿਹੜਾ ਵਾ ਉਹ ਸਾਡੇ ਖੇਤ ਦੇ ਵਿੱਚ ਅਸੀਂ ਪਰਾਲੀ ਤੋਂ ਇਹ ਜਿਹੜੇ ਗੰਡੋਏ ਸਾਡੇ ਖੇਤਾਂ ਦੇ ਵਿੱਚ ਹੈਗੇ ਨੇ। ਜਿਹੜੇ ਗੰਡੋਇਆਂ ਦੇ ਲੱਛਣਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਊਂਗੀ। ਬਿਲਕੁਲ। ਗੰਡੋਏ ਆ ਜਿਹੜੇ ਉਹ ਤਕਰੀਬਨ ਦੁਨੀਆ ਦੀ ਹਰ ਬਨਸਪਤੀ ਵਿੱਚ ਮਿਲਦੇ ਆ ਜਿੱਥੇ ਖੇਤੀ ਹੁੰਦੀ ਹੈ। ਗੰਡੋਇਆਂ ਦੀ ਗਿਣਤੀ ਹੈ ਜਿਹੜੀ ਉਹ ਜ਼ਮੀਨ ਦੀ ਵਰਤੋਂ ਮੁਤਾਬਕ ਹੁੰਦੀ ਹੈ। ਜਿਵੇਂ ਕਿ ਜੰਗਲਾਂ ਵਿੱਚ ਸਭ ਤੋਂ ਵੱਧ ਹੁੰਦੀ ਹੈ, ਉਸ ਤੋਂ ਘੱਟ ਬਾਗਾਂ ਦੇ ਵਿੱਚ ਹੁੰਦੀ ਹੈ, ਵਾਹਕ ਜ਼ਮੀਨਾਂ ਵਿੱਚ ਹੋਰ ਵੀ ਘੱਟ ਹੁੰਦੀ ਹੈ ਤੇ ਝੋਨੇ ਵਾਲੇ ਖੇਤਾਂ ਵਿੱਚ ਗੰਡੋਏ ਬਿਲਕੁਲ ਨਹੀਂ ਹੁੰਦੇ। ਸੋ ਜਿਹੜੇ ਗੰਡੋਏ ਹੈ, ਗੰਡੋਏ ਮਤਲਬ ਜੇਕਰ ਜਿੱਦਾਂ ਤੁਸੀਂ ਕਹਿ ਰਹੇ ਗੰਡੋਇਆਂ ਦੇ ਲੱਛਣਾਂ ਬਾਰੇ, ਇਹਨਾਂ ਦੇ ਲੱਛਣਾਂ ਬਾਰੇ ਇਹ ਦੱਸਣਾ ਸੀ ਤੁਹਾਨੂੰ ਕਿ ਜਿਹੜੇ ਗੰਡੋਏ ਨੇ ਉਹ ਧੁੱਪ ਤੋਂ ਬਹੁਤ ਜ਼ਿਆਦਾ ਡਰਦੇ ਆ। ਜੇਕਰ ਉਹਨਾਂ ਦਾ ਸਰੀਰ ਧੁੱਪ ਨੂੰ ਐਕਸਪੋਜ਼ ਹੁੰਦਾ ਨੇ ਉਹ ਇੰਨੇ ਜ਼ਿਆਦਾ ਧੁੱਪ ਤੋਂ ਡਰਦੇ ਨੇ ਕਿ ਉਹ ਜ਼ਮੀਨ ਦੇ ਵਿੱਚ 2 ਮੀਟਰ ਡੂੰਘੇ ਚਲੇ ਜਾਂਦੇ ਆ। ਹਾਂਜੀ। ਤੇ ਇਸ ਪ੍ਰਕਿਰਿਆ ਨੂੰ ਅਸੀਂ ਐਸਟਾਈਵੇਸ਼ਨ ਕਹਿੰਦੇ ਆ। ਜਦੋਂ ਉਹਨਾਂ ਦੇ ਹਾਲਾਤ ਠੀਕ ਹੁੰਦੇ ਨੇ ਤਾਂ ਉਸ ਤੋਂ ਬਾਅਦ ਉਹ ਜ਼ਮੀਨ ਤੋਂ ਬਾਹਰ ਆ ਕੇ ਆਪਣੀਆਂ ਕਿਰਿਆਵਾਂ ਸ਼ੁਰੂ ਕਰਦੇ ਨੇ ਔਰ ਇਹਨਾਂ ਦੇ ਬਹੁਤ ਸਾਰੇ ਦੁਸ਼ਮਣ ਵੀ ਹੈ ਜਿਵੇਂ ਕਿ ਸੱਪ ਹੈ, ਚੂਹੇ ਹੈ, ਇਹਨਾਂ ਦੇ ਦੁਸ਼ਮਣ ਹੈ ਕਿਉਂਕਿ ਇਹ ਗੰਡੋਇਆਂ ਨੂੰ ਖਾ ਜਾਂਦੇ ਨੇ ਤੇ ਉਹਨਾਂ ਨੂੰ ਆਪਣਾ ਭੋਜਨ ਬਣਾ ਲੈਂਦੇ ਆ। ਸੋ ਜਦੋਂ ਆਪਾਂ ਗੰਡੋਇਆਂ ਖਾਦ ਬਾਰੇ ਗੱਲ ਕਰਾਂਗੇ ਪਹਿਲਾਂ ਤਾਂ ਇਹ ਇੰਪੋਰਟੈਂਟ ਹੈ ਕਿ ਆਪਾਂ ਨੂੰ ਗੰਡੋਇਆਂ ਦੇ ਲੱਛਣਾਂ ਬਾਰੇ ਪਤਾ ਹੋਵੇ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗੰਡੋਏ ਧੁੱਪ ਤੋਂ ਬਹੁਤ ਜ਼ਿਆਦਾ ਡਰਦੇ ਨੇ। ਇਹਨਾਂ ਚੀਜ਼ਾਂ ਬਾਰੇ ਸਾਨੂੰ ਜਿਹੜੀ ਇਹ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਸੋ ਜਦੋਂ ਗੰਡੋਏ ਦੀ ਗੱਲ ਕਰਦੇ ਹਾਂ ਤੇ ਇਹਦੀਆਂ ਮੈਨੂੰ ਜੋ ਜਿੰਨਾ ਕੁ ਮੈਨੂੰ ਪਤਾ ਹੈ ਕਿ ਜਦੋਂ ਬਾਰਿਸ਼ ਪੈਂਦੀ ਆ ਤੇ ਉਦੋਂ ਵੀ ਗੰਡੋਏ ਤੁਰੇ ਫਿਰਦੇ ਹੁੰਦੇ ਆ, ਉਹ ਪਾਣੀ ਦੇ ਵਿੱਚੋਂ ਨਿਕਲ ਜਾਂਦੇ ਆ। ਇਹਦੀਆਂ ਕੋਈ ਵੱਖਰੀਆਂ ਜਾਤੀਆਂ ਨੇ ਜਿਹਦੀਆਂ ਕਿ ਕੋਈ ਗੰਡੋਏ ਖਾਦ ਬਣਾਉਣ ਵਾਸਤੇ ਹੋਰ ਹੁੰਦੇ ਆ ਜਾਂ ਇਸ ਤਰ੍ਹਾਂ ਸਮੇਂ ਤੇ ਨਿਕਲਣ ਵਾਲੇ ਕੋਈ ਹੋਰ ਹੁੰਦੇ ਆ, ਇਹਦੇ ਬਾਰੇ ਸਾਨੂੰ ਜ਼ਰੂਰ ਦੱਸ ਦਿਓ। ਭਾਰਤ ਵਿੱਚ ਕਈ ਪ੍ਰਕਾਰ ਦੀ ਨਸਲ ਦੇ ਗੰਡੋਏ ਮਿਲਦੇ ਆ ਜਿਵੇਂ ਕਿ ਆਈਸੀਨੀਆ ਫੋਇਟਿਡਾ ਹੈ, यूडरलस यूजेनी है, पेरियोनेक्स एक्सकावेटिस स्पीसी है, उस तो इलावा ड्रेविडा स्पीसी है। सो कई प्रकार ਦੀਆਂ स्पीसीज़ ਜਾਂ कई प्रकार ਦੀਆਂ ਪ੍ਰਜਾਤੀਆਂ ਜਿਹੜੀਆਂ ਉਹ ਸਾਨੂੰ ਭਾਰਤ ਵਿੱਚ ਮਿਲਦੀਆਂ। ਪਰ ਗੰਡੋਇਆਂ ਦੀ ਜਿਹੜੀ ਇੱਕ ਪ੍ਰਜਾਤੀ ਹੈ ਆਈਸੀਨਾ ਫੋਇਟਿਡਾ ਜਿਹਨੂੰ ਆਪਾਂ ਲਾਲ ਗੰਡੋਏ ਕਹਿੰਦੇ ਆ, ਇਹ ਪ੍ਰਜਾਤੀ ਜਿਹੜੀ ਇਹ ਕੰਪੋਸਟ ਤਿਆਰ ਕਰਨ ਲਈ ਵਧੀਆ ਮੰਨੀ ਜਾਂਦੀ ਹੈ। ਤੇ ਗੰਡੋਇਆਂ ਦਾ ਜਿਹੜਾ ਰੰਗ ਹੁੰਦਾ ਆਮ ਤੌਰ 'ਤੇ ਗੂੜਾ ਭੂਰਾ ਹੁੰਦਾ ਤੇ ਇਹਨਾਂ ਦਾ ਸਰੀਰ ਹੈ ਜਿਹੜਾ ਉਹ ਇੱਕ ਲਚਕਦਾਰ ਨਾਲੀ ਦੀ ਤਰ੍ਹਾਂ ਬਣਿਆ ਹੁੰਦਾ ਤੇ ਇਹਨਾਂ ਦਾ ਜਿਹੜਾ ਭਾਰ ਹੁੰਦਾ ਉਹ 3 ਤੋਂ 4 ਗ੍ਰਾਮ ਦੇ ਕਰੀਬ ਹੁੰਦਾ ਤੇ ਗੰਡੋਏ ਇੱਕ ਦਿਨ ਵਿੱਚ ਆਪਣੇ ਸਰੀਰ ਦੇ ਤੀਜੇ ਹਿੱਸੇ ਜਿੰਨੀ ਖੁਰਾਕ ਖਾ ਲੈਂਦੇ ਨੇ। ਸੋ ਜਿਹੜੇ ਗੰਡੋਏ ਹੈ ਇਹ ਕਈ ਪ੍ਰਕਾਰ ਦੇ ਨੇ। ਪਰ ਜੇ ਤੁਸੀਂ ਹੁਣ ਬਾਰਿਸ਼ ਵਾਲੇ ਗੰਡੋਇਆਂ ਬਾਰੇ ਕਹਿ ਰਹੇ ਸੀ ਵੀ ਜਿਵੇਂ ਬਾਰਿਸ਼ ਹੁੰਦੀ ਹੈ ਉਦੋਂ ਕਾਫੀ ਸਾਰੇ ਗੰਡੋਏ ਨਿਕਲਦੇ ਆ। ਤੋ ਇਹ ਜਦੋਂ ਮੈਂ ਤੁਹਾਨੂੰ ਇਹ ਦੱਸਣਾ ਹੈ ਵੀ ਜਿਹੜੇ ਬਾਰਿਸ਼ ਵਾਲੇ ਗੰਡੋਏ ਹੁੰਦੇ ਆ ਉਹ ਖਾਦ ਬਣਾਉਣ ਦੇ ਲਈ ਨਹੀਂ ਵਰਤੇ ਜਾਂਦੇ। ਉਹਨਾਂ ਦੀ ਜਿਹੜੀ ਸਪੀਸੀ ਹੈ ਉਹਨਾਂ ਨੂੰ ਮੈਟਾਫਾਇਰ ਕਹਿੰਦੇ ਆ। ਇਹ ਸਪੀਸੀ ਹੈ ਜਿਹੜੀ ਇਹ ਖਾਦ ਬਣਾਉਣ ਦੇ ਲਈ ਨਹੀਂ ਵਰਤੀ ਜਾਂਦੀ।
ਗੰਡੋਆ ਖਾਦ ਬਣਾਉਣ ਦੇ ਲਈ ਆਈਸੀਨੀਆ ਫੋਇਟਿਡਾ ਪ੍ਰਜਾਤੀ ਹੀ ਵਰਤੀ ਜਾਂਦੀ ਹੈ। ਸੋ ਡਾਕਟਰ ਸਾਹਿਬ ਜਿਵੇਂ ਗੱਲ ਕੀਤੀ ਆ ਕਿ ਇਹ ਵੱਖਰੀਆਂ ਵੱਖਰੀਆਂ ਜਾਤੀਆਂ ਨੇ, ਪਰ ਜਿਹੜਾ ਸਾਡੇ ਕਿਸਾਨ ਨੂੰ ਗੰਡੋਆ ਚਾਹੀਦਾ ਉਹ ਆ ਕਿ ਜਿਹੜਾ ਖਾਦ ਬਣਾਵੇ, ਔਰ ਉਹ ਕੋਈ ਸਪੈਸ਼ਲ ਗੰਡੋਆ ਵਾ ਜਿਹਦੇ ਨਾਲ ਖਾਦ ਬਣਾਈ ਜਾ ਸਕਦੀ ਆ ਔਰ ਉਹਦਾ ਉਹ ਸਾਡੇ ਖੇਤਾਂ ਦੇ ਵਿੱਚ ਫਾਇਦਾ ਹੋ ਸਕੇ। ਗੰਡੋਆ ਖਾਦ ਬਣਾਉਣ ਦੇ ਲਈ ਜਿਹੜਾ ਪਾਰਟਿਕੂਲਰ ਹੈ ਉਹ ਹੈਗਾ ਆਈਸੀਨੀਆ ਫੋਇਟਿਡਾ ਪ੍ਰਜਾਤੀ ਦਾ ਗੰਡੋਆ ਜਿਹੜਾ ਅਸੀਂ ਵਰਤਦੇ ਹਾਂ। ਇਹ ਜਿਹੜਾ ਗੰਡੋਆ ਹੈ ਇਹਦਾ ਭਾਰ 3 ਤੋਂ 4 ਗ੍ਰਾਮ ਦੇ ਕਰੀਬ ਹੁੰਦਾ ਤੇ ਇਹਨਾਂ ਦਾ ਜਿਹੜਾ ਆਕਾਰ ਹੈ ਉਹ ਇੱਕ ਲਚਕਦਾਰ ਨਾਲੀ ਦੀ ਤਰ੍ਹਾਂ ਬਣਿਆ ਹੁੰਦਾ ਹੈ ਤੇ ਇਹ ਜਿਹੜੇ ਗੰਡੋਏ ਹੈ ਵਾਲੇ ਇਹ ਇੱਕ ਦਿਨ ਦੇ ਵਿੱਚ ਆਪਣੇ ਸਰੀਰ ਦੇ ਤੀਜੇ ਹਿੱਸੇ ਜਿੰਨੀ ਖੁਰਾਕ ਖਾ ਲੈਂਦੇ ਆ। ਤੇ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੂੰਗੀ ਕਿ ਮਤਲਬ ਇਹਨਾਂ ਦੇ ਵਾਧੇ ਦੀ ਦਰ ਬਹੁਤ ਜ਼ਿਆਦਾ ਹੈ। ਵਾਧੇ ਦੀ ਦਰ ਬਹੁਤ ਜ਼ਿਆਦਾ, ਜਿਵੇਂ ਹੁਣ ਮੈਂ ਤੁਹਾਨੂੰ ਦੱਸਾਂ ਵੀ ਅਸੀਂ ਅੱਜ ਦੀ ਤਰੀਕ ਵਿੱਚ ਮੈਂ ਕੋਈ ਬੈੱਡ ਲਗਾ ਰਹੀ ਹਾਂ, ਉਹ ਮੈਂ 1 ਕਿਲੋ ਗੰਡੋਏ ਪਾਏ ਹੈ ਤੇ ਜਦੋਂ ਅਗਲੇ ਮਹੀਨੇ ਜਦੋਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਤਾਂ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ 2 ਕਿਲੋ ਹੋ ਜਾਂਦੀ ਹੈ। ਸੋ ਇਹਨਾਂ ਦੀ ਵਾਧੇ ਦੀ ਦਰ ਜ਼ਿਆਦਾ ਹੋਣ ਕਰਕੇ ਕੰਪੋਸਟ ਵੀ ਛੇਤੀ ਬਣਦੀ ਹੈ ਔਰ ਵਧੀਆ ਤਿਆਰ ਹੁੰਦੀ ਹੈ। ਮੈਮ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਵਾਧੇ ਦੀ ਦਰ, ਤੇ ਇਹ ਚੀਜ਼ ਤਾਂ ਚਾਹੀਦੀ ਹੈ ਸਾਡੇ ਕਿਸਾਨ ਨੂੰ ਕਿ ਵਾਧੇ ਦੀ ਦਰ ਹੋਵੇ ਤਾਂ ਕਿ ਉਹ ਇਹਦਾ ਜ਼ਿਆਦਾ ਫਾਇਦਾ ਲੈ ਸਕਣ। ਸੋ ਹੁਣ ਗੱਲ ਆਉਂਦੀ ਆ ਕਿ ਇਹਦੀ ਵਿਧੀ ਕੀ ਹੈ, ਕਿਉਂਕਿ ਜੇ ਗੰਡੋਏ ਨੇ ਤੇ ਹਰ ਕੋਈ ਕਿਸਾਨ ਇਹੀ ਚਾਹੁੰਦਾ ਹੈ ਕਿ ਜੇ ਮੈਂ ਪਾਈਆ ਲਏ ਆ ਤੇ ਜਿੱਦਾਂ ਤੁਸੀਂ ਦੱਸਿਆ ਵੀ ਮਹੀਨੇ ਬਾਅਦ ਉਹ ਅੱਧਾ ਕਿਲੋ ਹੋ ਜਾਣੇ ਆ, ਫਿਰ ਕਿਲੋ ਹੋ ਜਾਣੇ ਆ, ਤੇ ਇਹਦਾ ਮਤਲਬ ਉਹਦਾ ਫਾਇਦਾ ਉਹਨੂੰ ਹੁੰਦਾ। ਸੋ ਇਹਦੀ ਜਿਹੜੀ ਬਿਲਕੁਲ ਵਿਧੀ ਹੈ ਸਾਡੇ ਕਿਸਾਨ ਦੇ ਸਮਝ ਦੇ ਮੁਤਾਬਕ ਤੁਸੀਂ ਸਾਰੀ ਉਹਨਾਂ ਨੂੰ ਸਮਝਾਓ। ਗੰਡੋਆ ਖਾਦ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਇੱਕ ਬੈੱਡ ਤਿਆਰ ਕਰਨ ਦੀ ਲੋੜ ਹੈ। ਜਿਹੜੇ ਬੈੱਡ ਦੇ ਸਟੈਂਡਰਡ ਸਾਈਜ਼ ਹੈ, ਅਸੀਂ ਜਿਹੜਾ ਬਾਜ਼ਾਰਾਂ ਦੇ ਵਿੱਚ ਅਵੇਲੇਬਲ ਹੈ ਗ੍ਰੀਨ ਕਲਰ ਦਾ ਬੈੱਡ ਤਰਪਾਲਾਂ ਵਾਲਾ, ਅਸੀਂ ਉਹ ਬੈੱਡ ਵੀ ਖਰੀਦ ਸਕਦੇ ਹਾਂ। ਅਸੀਂ ਪੱਕਾ ਸਟਰਕਚਰ ਵੀ ਬਣਾ ਸਕਦੇ ਹਾਂ। ਜਿਹੜੇ ਮੇਰੇ ਕਿਸਾਨ ਵੀਰ ਇਹਨੂੰ ਵੱਡੇ ਪੱਧਰ ਤੇ ਸ਼ੁਰੂ ਕਰਨਾ ਚਾਹੁੰਦੇ ਨੇ ਉਹ ਆਪਣਾ ਪੱਕਾ ਇੱਟਾਂ ਦਾ ਜਿਹੜਾ ਸਟਰਕਚਰ ਹੈ ਉਹ ਬਣਾ ਕੇ ਸ਼ੁਰੂ ਕਰ ਸਕਦੇ ਨੇ। ਬਟ ਜਿਹੜੇ ਕਿਸਾਨ ਵੀਰ ਸਿਰਫ ਜਾਣਕਾਰੀ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਮੇਰੀ ਸਲਾਹ ਹੈ ਕਿ ਉਹ ਆਪਣਾ ਇੱਕ ਜਿਹੜੇ ਤਰਪਾਲਾਂ ਵਾਲੇ ਬੈੱਡ ਹੁੰਦੇ ਨੇ ਉਹੀ ਬਾਜ਼ਾਰੋਂ ਖਰੀਦ ਕੇ ਇੱਕ ਬੈੱਡ ਲਗਾ ਕੇ ਦੇਖਣ। ਤੇ ਤੁਹਾਡੀ ਜਾਣਕਾਰੀ ਦੇ ਲਈ ਮੈਂ ਤੁਹਾਨੂੰ ਦੱਸੂੰਗੀ ਕਿ ਜਿਹੜਾ ਇਹ ਬੈੱਡ ਹੈ ਇਹਦੇ ਜਿਹੜੇ ਸਟੈਂਡਰਡ ਡਾਇਮੈਂਸ਼ਨਸ ਨੇ, ਇਹ 6 ਫੁੱਟ ਲੰਬਾ ਹੈ, ਇਹ 3 ਫੁੱਟ ਚੌੜਾ ਤੇ ਇਹ 2 ਫੁੱਟ ਉੱਚਾ ਹੈਗਾ। 6 ਫੁੱਟ ਲੰਬਾ, 3 ਫੁੱਟ ਚੌੜਾ ਤੇ 2 ਫੁੱਟ ਉੱਚਾ। ਜਿਹੜੀ ਲੰਬਾਈ ਹੈਗੀ ਆ ਉਹ ਤੁਸੀਂ ਆਪਣੀ ਉਪਲਬਧ ਜਗ੍ਹਾ ਦੇ ਹਿਸਾਬ ਤੇ ਜਿੰਨਾ ਮਰਜ਼ੀ ਲੰਬਾ ਕਰ ਸਕਦੇ ਹੋ। ਮਤਲਬ ਜੇ ਇਹ ਤਾਂ ਤੁਹਾਡੇ ਸਟੈਂਡਰਡ ਬੈੱਡ ਦੇ ਡਾਇਮੈਂਸ਼ਨਸ ਨੇ, ਅਦਰਵਾਈਜ਼ ਜੇਕਰ ਤੁਸੀਂ ਪੱਕਾ ਸਟਰਕਚਰ ਬਣਾ ਰਹੇ ਹੋ ਤੁਸੀਂ ਆਪਣੀ ਜਗ੍ਹਾ ਦੇ ਹਿਸਾਬ ਤੇ ਬੈੱਡ ਦੀ ਲੰਬਾਈ ਜਿੰਨੀ ਮਰਜ਼ੀ ਲੰਬੀ ਕਰ ਸਕਦੇ ਹੋ। ਤੇ ਜਿਹੜੀ ਚੌੜਾਈ ਹੈ ਉਹ ਸਿਰਫ 3 ਫੁੱਟ ਹੀ ਰੱਖਣੀ ਹੈ। 3 ਫੁੱਟ ਰੱਖਣ ਦਾ ਮਤਲਬ ਸਿਰਫ ਇੰਨਾ ਹੈ ਕਿ ਉਹਦੇ ਨਾਲ ਸਾਨੂੰ ਕੰਪੋਸਟ ਦੇ ਵਿੱਚ ਹੱਥ ਮਾਰਨਾ ਸੌਖਾ ਹੁੰਦਾ ਹੈ। ਤੇ ਜਿਹੜੀ ਉਚਾਈ ਹੈਗੀ ਆ ਉਹ 2 ਫੁੱਟ ਇਸ ਕਰਕੇ ਅਸੀਂ ਕਹਿੰਦੇ ਹਾਂ ਕਿਉਂਕਿ ਜਿਹੜੀ ਪ੍ਰਜਾਤੀ ਮੈਂ ਤੁਹਾਡੇ ਨਾਲ ਪਹਿਲਾਂ ਦੱਸ ਚੁੱਕੀ ਹਾਂ ਆਈਸੀਨੀਆ ਫੋਇਟਿਡਾ, ਉਹ ਪ੍ਰਜਾਤੀ 2 ਫੁੱਟ ਤੱਕ ਹੀ ਜ਼ਿਆਦਾ ਵਧੀਆ ਕੰਮ ਕਰਦੀ ਹੈ। ਉਸ ਤੋਂ ਬਾਅਦ ਜੇ ਇਹ ਆਪਣਾ ਹੋਰ ਵੀ ਥੱਲੇ ਚਲੀ ਜਾਵੇ ਤਾਂ ਉਹ ਖਾਦ ਬਣਾਉਣ ਦਾ ਕੰਮ ਨਹੀਂ ਕਰਦੀ। ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜੀ ਆਪਾਂ ਖਾਦ ਬਣਾਉਣੀ ਹੈ ਉਹ ਕਿਸ ਤਰ੍ਹਾਂ ਬਣਾਉਣੀ ਹੈ। ਖਾਦ ਬਣਾਉਣ ਦੇ ਲਈ ਆਪਣੇ ਸਾਹਮਣੇ ਪੰਜਾਬ ਦੇ ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ ਝੋਨੇ ਦੀ ਪਰਾਲੀ। ਸੋ ਆਪਾਂ ਝੋਨੇ ਦੀ ਪਰਾਲੀ ਨੂੰ ਬਿੱਲ ਲਾਉਣਾ ਚਾਹੁੰਦੇ ਹਾਂ, ਉਹਨੂੰ ਆਪਾਂ ਇੱਕ ਮਹੱਤਵਪੂਰਨ ਉਹਦੇ ਤੋਂ ਵਸਤੂ ਤਿਆਰ ਕਰਨਾ ਚਾਹੁੰਦੇ ਹਾਂ ਜਿਹੜੀ ਆਪਣੀ ਸਾਡੇ ਲਈ ਫਾਇਦੇਮੰਦ ਹੋਵੇ, ਅਸੀਂ ਉਹਨੂੰ ਯੂਜ਼ ਕਰ ਸਕੀਏ। ਬਿਲਕੁਲ। ਸੋ ਜਿਹੜੀ ਝੋਨੇ ਦੀ ਪਰਾਲੀ ਆ ਆਪਾਂ ਉਹਨੂੰ ਕੁਤਰਾ ਕਰਕੇ ਵੀ ਪਾ ਸਕਦੇ ਹਾਂ। ਜਿਹੜੇ ਮੇਰੇ ਕਿਸਾਨ ਵੀਰਾਂ ਦੇ ਕੋਲ ਟੋਕੇ ਦੀ ਅਵੇਲੇਬਿਲਟੀ ਹੈ, ਟੋਕਾ ਹੈ ਉਹਨਾਂ ਕੋਲ ਕੁਤਰੇ ਵਾਲੀ ਮਸ਼ੀਨ, ਉਹਦੇ ਨਾਲ ਉਹਨੂੰ ਕੁਤਰਾ ਕਰਕੇ ਪਾ ਸਕਦੇ ਆ। ਪਰ ਜੇਕਰ ਉਹਦਿਆਂ ਦੇ ਕੋਲ ਟੋਕਾ ਅਵੇਲੇਬਲ ਨਹੀਂ ਹੈ, ਉਹਨਾਂ ਦੇ ਕੋਲ ਨਹੀਂ ਹੈਗਾ ਉਹ, ਤਾਂ ਉਹਨੂੰ ਉਹ ਸਿੱਧਾ ਵੀ ਪਾ ਸਕਦੇ ਹੋ। ਕਿਉਂਕਿ ਜਿਹੜੇ ਅਸੀਂ ਤਜਰਬੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਰਮੀ ਕੰਪੋਸਟਿੰਗ ਯੂਨਿਟ ਦੇ ਵਿੱਚ ਕਰ ਰਹੇ ਹਾਂ, ਉਹਦੇ ਵਿੱਚ ਅਸੀਂ ਪਰਾਲੀ ਨੂੰ ਕੁਤਰਾ ਕਰਕੇ ਵੀ ਪਾ ਕੇ ਦੇਖਿਆ ਤੇ ਜਿਹੜਾ ਦੂਸਰਾ ਸੀਗਾ ਸਿੱਧਾ ਵੀ ਪਾ ਕੇ ਦੇਖਿਆ। ਸੋ ਸਾਨੂੰ ਬਰਾਬਰ ਰਿਜ਼ਲਟ ਮਿਲੇ ਨੇ। ਸੋ ਇਹਦੇ ਵਿੱਚ ਤੁਸੀਂ ਬਿਲਕੁਲ ਵੀ ਇਹ ਨਾ ਸੋਚਿਓ ਵੀ ਸਾਡੇ ਕੋਲ ਕੁਤਰੇ ਵਾਲੀ ਮਸ਼ੀਨ ਨਹੀਂ ਹੈ ਤੇ ਅਸੀਂ ਮਤਲਬ ਕਿੱਦਾਂ ਕੁਤਰਾ ਕਰੀਏ। ਸੋ ਤੁਸੀਂ ਇਹਨੂੰ ਬਿਲਕੁਲ ਸਿੱਧਾ ਹੀ ਪਾ ਸਕਦੇ ਹੋ। ਸੋ ਹੁਣ ਆਪਣੇ ਕੋਲੇ ਇਹ ਸਵਾਲ ਹੈ ਕਿ ਆਪਾਂ ਇਹਨੂੰ ਪਾਉਣਾ ਕਿੱਦਾਂ ਹੈ। ਸੋ ਕਿਸਾਨ ਵੀਰੋ, ਇਹ ਸਭ ਤੋਂ ਮਹੱਤਵਪੂਰਨ ਆਪਣੇ ਕੋਲੇ ਵਿਧੀ ਦਾ ਤਰੀਕਾ ਮਤਲਬ ਜਿਹੜਾ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ, ਕਿਉਂਕਿ ਜਦੋਂ ਆਪਣਾ ਇੱਕ ਵਾਰੀ ਬੈੱਡ ਲੱਗ ਗਿਆ ਉਸ ਤੋਂ ਬਾਅਦ ਆਪਣੇ ਕੋਲੇ ਕੋਈ ਜ਼ਿਆਦਾ ਕੰਮ ਨਹੀਂ ਰਹਿ ਜਾਂਦਾ। ਬੈੱਡ ਲਾਣਾ ਜਿਹੜਾ ਉਹ ਇੰਪੋਰਟੈਂਟ ਹੈ। ਸੋ ਇਹਦੇ ਵਿੱਚ ਜਿਹੜੀ ਇਹਦੀ ਵਿਧੀ ਹੈ ਉਹਦੇ 'ਚ ਹੈ ਕਿ ਆਪਾਂ 1 ਫੁੱਟ ਪਰਾਲੀ ਦੀ ਤਹਿ ਵਿਛਾਉਣੀ ਹੈ। ਸਭ ਤੋਂ ਥੱਲੇ ਆਪਾਂ 1 ਫੁੱਟ ਪਰਾਲੀ ਦੀ ਤਹਿ ਵਿਛਾਉਣੀ ਹੈ ਔਰ ਉਹ ਪਰਾਲੀ ਨੂੰ ਆਪਾਂ ਹਲਕਾ ਹਲਕਾ ਗਿੱਲਾ ਕਰ ਲੈਣਾ ਹੈ। ਠੀਕ ਹੈ। ਉਸ ਤੋਂ ਬਾਅਦ ਜਿਹੜੀ ਉਹਦੇ ਵਿੱਚ ਦੂਜੀ ਤਹਿ ਵਿਛਾਉਣੀ ਹੈ ਉਹ ਆਪਾਂ ਵਿਛਾਉਣੀ ਹੈ ਗੋਬਰ ਦੀ, ਜਿਹਨੂੰ ਆਪਾਂ ਗੋਹਾ ਕਹਿੰਦੇ ਆ।
ਜਿਹੜਾ ਇਹ ਗੋਹਾ ਹੈਗਾ ਇਹ ਆਪਣਾ 5-7 ਦਿਨ ਪੁਰਾਣਾ ਗੋਹਾ ਹੋਣਾ ਚਾਹੀਦਾ ਹੈ। ਤੇ ਗੋਹਾ ਪੁਰਾਣਾ ਇਸ ਕਰਕੇ ਅਸੀਂ ਕਹਿੰਦੇ ਹਾਂ ਕਿਉਂਕਿ ਮਤਲਬ ਜਿਹੜਾ ਤਾਜ਼ਾ ਗੋਹਾ ਹੁੰਦਾ ਉਹਦੇ ਵਿੱਚ ਗੈਸਾਂ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਹੜੇ ਕਿ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਦਿੰਦੀ ਹੈ। ਸੋ ਅਸੀਂ ਕਹਿੰਦੇ ਹਾਂ ਕਿ ਅਸੀਂ ਜਿਹੜਾ ਮਤਲਬ 5-7 ਦਿਨ ਪੁਰਾਣਾ ਗੋਬਰ ਹੈ ਜਿਹੜਾ ਉਹੀ ਆਪਾਂ ਵਰਤਣਾ ਹੈਗਾ। ਜਦੋਂ ਆਪਾਂ ਥੱਲੇ 1 ਫੁੱਟ ਪਰਾਲੀ ਉੱਪਰ ਆਪਾਂ 1 ਫੁੱਟ ਗੋਹਾ ਪਾਤਾ ਤਾਂ ਆਪਾਂ ਉਹਨਾਂ ਨੂੰ ਪਾਣੀ ਤਰੋਂਕਣਾ, ਉਹਦੇ ਵਿੱਚ ਪਾਣੀ ਤਰੋਂਕ ਕੇ ਉਹਨੂੰ 15 ਦਿਨ ਲਈ ਛੱਡ ਦੇਣਾ। ਸਿਰਫ ਆਪਾਂ 15 ਦਿਨ ਕੀ ਕਰਨਾ ਹੈ, ਆਪਾਂ ਸਿਰਫ ਪਾਣੀ ਦਾ ਧਿਆਨ ਰੱਖਣਾ ਹੈ ਕਿ ਸਾਡਾ ਜਿਹੜਾ ਬੈੱਡ ਹੈ ਉਹ ਸਿੱਲਾ ਹੈ। ਸਾਡੇ ਬੈੱਡ ਦੇ ਵਿੱਚ ਨਮੀ ਦਾ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ। ਬੈੱਡ ਦੇ ਵਿੱਚ ਜਿਹੜੀ ਨਮੀ ਹੈ ਉਹ 60 ਤੋਂ 70% ਤੱਕ ਹੋਣੀ ਚਾਹੀਦੀ ਹੈ। ਜਦੋਂ ਆਪਣੇ 15 ਦਿਨ ਹੋ ਗਏ, 15 ਦਿਨਾਂ ਬਾਅਦ ਅਸੀਂ ਉਹਦੇ ਵਿੱਚ 1 ਕਿਲੋ ਗੰਡੋਏ, ਜਿਹੜੀ ਪ੍ਰਜਾਤੀ ਮੈਂ ਤੁਹਾਨੂੰ ਦੱਸੀ ਆ ਆਈਸੀਨੀਆ ਫੋਇਟਡਾ, ਉਹ ਵਾਲੀ ਪ੍ਰਜਾਤੀ ਦੇ ਗੰਡੋਏ ਅਸੀਂ 1 ਕਿਲੋ ਖਿਲਾਰ ਦੇਣੇ ਆ। ਤੇ ਅਸੀਂ ਹਫਤੇ ਬਾਅਦ, ਹਰੇਕ ਹਫਤੇ ਬਾਅਦ ਉਹਦੀ ਟਰਨਿੰਗ ਦੇਣੀ ਹੈ। ਟਰਨਿੰਗ ਦੇਣ ਦਾ ਮਤਲਬ ਇਹ ਹੁੰਦਾ ਹੈ ਕਿ ਸਾਡੇ ਜਿਹੜਾ ਬੈੱਡ ਹੈਗਾ, ਬੈੱਡ ਦੇ ਵਿੱਚ ਹਵਾਖੋਰੀ ਬਣੀ ਰਹਿੰਦੀ ਹੈ। ਜਿਹੜਾ ਮਤਲਬ ਗੰਡੋਇਆਂ ਦੇ, ਜਿਵੇਂ ਮੈਂ ਦੱਸਿਆ ਕਿ ਗੰਡੋਇਆਂ ਦੇ ਜੀਵਨ ਦੇ ਵਿੱਚ ਨਮੀ ਦਾ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੇ ਗੰਡੋਏ ਨੇ ਉਹ ਚਮੜੀ ਰਾਹੀਂ ਸਾਹ ਲੈਂਦੇ ਆ। ਜੇਕਰ ਉਹਨਾਂ ਦੀ ਚਮੜੀ ਸੁੱਕ ਜਾਵੇ ਤਾਂ ਉਹ ਸਾਹ ਨਹੀਂ ਲੈ ਸਕਦੇ। ਬਿਲਕੁਲ। ਸੋ ਅਸੀਂ ਪਾਣੀ ਦਾ ਧਿਆਨ ਦੇਣਾ ਹੈਗਾ ਤੇ ਜਿਹੜੀ ਆਪਾਂ ਟਰਨਿੰਗ ਦੇਵਾਂਗੇ ਉਹਦੇ ਨਾਲ ਉਹਨਾਂ ਦੀ ਬਾਡੀ ਦੇ ਵਿੱਚ ਨਮੀ ਬਣੀ ਰਹੂਗੀ ਤੇ ਜਿਹੜੀ ਇਹ ਖਾਦ ਹੈਗੀ ਹੈ ਇਹ 2 ਤੋਂ 2.5 ਮਹੀਨਿਆਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ। ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਵੀ ਗੋਹਾ ਜਿਹੜਾ ਉਹ 4-5 ਦਿਨ ਪੁਰਾਣਾ ਹੋਣਾ ਚਾਹੀਦਾ ਹੈ, ਕਿ ਇਸੇ ਤਰ੍ਹਾਂ ਹੀ ਜਿਹੜੀ ਪਰਾਲੀ ਹੈ ਉਹ ਵੀ ਕੋਈ ਤੁਹਾਡਾ ਕੋਈ ਖੋਜ ਕੀਤੀ ਆ ਕਿ ਕਿੰਨੇ ਕੁ ਦਿਨ ਪੁਰਾਣੀ ਹੋਵੇ, ਕਿ ਐਂ ਤਾਂ ਨਹੀਂ ਵੀ ਕੰਬਾਈਨ ਵੱਢ ਕੇ ਗਈ ਆ ਤਾਂ ਉਹਦੇ ਪਿੱਛੇ ਹੀ ਉਹ ਆਪਾਂ ਪਰਾਲੀ ਉਹਨੂੰ ਵਰਤ ਲਈਏ? ਕੋਈ ਇਹ ਵੀ ਜ਼ਰੂਰ ਸਾਡੇ ਕਿਸਾਨ ਭਰਾਵਾਂ ਨਾਲ ਸਾਂਝੀ ਕਰੋ। ਇਹ ਪਰਾਲੀ ਹੈ ਜਿਹੜੀ ਇਹ ਆਪਾਂ ਬਿਲਕੁਲ ਜਦੋਂ ਆਪਣੇ ਖੇਤਾਂ ਦੇ ਵਿੱਚੋਂ ਆਉਂਦੀ ਆ, ਆਪਾਂ ਆਪਣੇ ਕੋਲੇ ਅਸਲੀ ਤਾਂ ਉਦੋਂ ਹੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਆਪਾਂ ਉਸ ਟਾਈਮ ਤੇ ਪਰਾਲੀ ਨੂੰ ਸੰਭਾਲਣ ਦੀ ਇਸ਼ੂ ਹੁੰਦਾ ਸਾਡੇ ਕੋਲ ਵੀ ਆਪਾਂ ਪਰਾਲੀ ਨੂੰ ਸੰਭਾਲੀਏ ਕਿਤੇ। ਅਸੀਂ ਉਹੀ ਵਾਲੀ ਪਰਾਲੀ ਨੂੰ ਆਪਣੇ ਖੇਤਾਂ ਵਿੱਚ ਚੁੱਕ ਕੇ ਆਪਣੇ ਬੈੱਡਾਂ ਦੇ ਵਿੱਚ ਪਾ ਸਕਦੇ ਹਾਂ। ਉਹ ਜਿਵੇਂ ਜਿਵੇਂ ਖਾਦ ਬਣਦੀ ਹੈ ਉਵੇਂ ਉਵੇਂ ਉਹਦੇ ਜਿਹੜੇ ਤਿੱਲੇ ਹੁੰਦੇ ਨੇ ਉਹ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨੇ, ਮਤਲਬ ਉਹਦਾ ਵੀ ਘਟਨ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਹੜੀ ਕਾਰਬਨ ਤੇ ਨਾਈਟ੍ਰੋਜਨ ਦੀ ਜਿਹੜੀ ਰੇਸ਼ੋ ਹੁੰਦੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਜਦੋਂ ਅਸੀਂ ਤਾਜ਼ਾ ਪਰਾਲੀ ਪਾਉਂਦੇ ਹਾਂ ਉਹਦੇ ਵਿੱਚ ਉਹਦੀ ਕਾਰਬਨ ਨਾਈਟ੍ਰੋਜਨ ਰੇਸ਼ੋ ਹੈ ਜਿਹੜੀ ਕਾਫੀ ਜ਼ਿਆਦਾ ਹੁੰਦੀ ਹੈ। ਜਿਵੇਂ ਜਿਵੇਂ ਉਹਦਾ ਵੀ ਘਟਨ ਹੁੰਦਾ ਉਵੇਂ ਉਵੇਂ ਉਹਦੀ CN ਰੇਸ਼ੋ ਹੈ ਜਿਹੜੀ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਬੈੱਡ ਤਿਆਰ ਕਰ ਲਿਆ, ਉਸ ਤੋਂ ਬਾਅਦ ਤਕਰੀਬਨ 2.5 ਮਹੀਨੇ ਬਾਅਦ ਜਿਹੜੀ ਆ ਉਹਦੀ ਗੋਬਰ ਬਣ ਜਾਣਾ ਹੈ ਔਰ ਗੰਡੋਇਆਂ ਦੀ ਖਾਦ ਬਣ ਗਈ। ਹੁਣ ਅਸੀਂ ਇਹਨੂੰ ਵਰਤਣ ਦਾ ਤੋਂ ਭਾਵ ਮੇਰਾ ਇਹ ਹੈ ਕਿ 1 ਏਕੜ ਵਾ ਮੰਨ ਲਓ ਅਸੀਂ ਹੁਣ ਕਣਕ ਲਾਉਣੀ ਆ ਤੇ 1 ਏਕੜ ਦੇ ਵਿੱਚ ਕਿੰਨੀ ਕੁ ਗੰਡੋਇਆਂ ਦੀ ਖਾਦ ਜਿਹੜੀ ਆ ਉਹ ਪਾ ਦੇਣੀ ਚਾਹੀਦੀ ਆ ਜਿਹਦੇ ਨਾਲ ਉਹਨੂੰ ਫਾਇਦਾ ਹੋਵੇ? ਇਹਦੇ ਲਈ ਹੈ ਕਿ ਸਾਡੀ ਜਿਹੜੀ ਗੰਡੋਇਆਂ ਦੀ ਖਾਦ ਦੀ ਵਰਤੋਂ ਦੀ ਵੈਸੇ ਹਰੇਕ ਫਸਲ ਦੇ ਵਿੱਚ ਅਲੱਗ-ਅਲੱਗ ਹੈਗੀ ਹੈ। ਜਿਵੇਂ ਝੋਨਾ ਕਣਕ ਫਸਲੀ ਚੱਕਰ ਹੈ, ਜੇ ਅਸੀਂ ਉਹ ਲਗਾਇਆ ਉਹਦੇ ਲਈ ਉਹਦੀ ਵਰਤੋਂ ਵੱਖਰੀ ਹੈ। ਜੇਕਰ ਅਸੀਂ ਬਾਗ ਲਗਾਇਆ ਉਹਦੇ ਲਈ ਵੱਖਰੀ ਹੈ। ਸਬਜ਼ੀਆਂ ਵਾਸਤੇ ਇਹਦੀ ਵਰਤੋਂ ਵੱਖਰੀ ਹੈ। ਸੋ ਅਸੀਂ ਮਤਲਬ ਸਾਡੀ 2 ਤੋਂ 3 ਟਨ ਪਰ ਹੈਕਟੇਅਰ ਦੀ ਰਿਕੁਆਇਰਮੈਂਟ ਹੈ ਹਰੇਕ ਕਰੋਪ ਦੀ। ਜੇਕਰ ਆਪਾਂ ਬਾਗਾਂ ਵਾਸਤੇ ਗੱਲ ਕਰਦੇ ਹਾਂ, ਬਾਗਾਂ ਦਾ ਜਿਵੇਂ ਬੂਟੇ, ਇੱਕ ਬੂਟੇ ਨੂੰ ਦੀ ਰਿਕੁਆਇਰਮੈਂਟ ਕਾਫੀ ਜ਼ਿਆਦਾ ਹੋ ਜਾਂਦੀ ਹੈ। ਸੋ 200-250 ਦੇ ਗ੍ਰਾਮ ਮਤਲਬ ਉਹਦੀ ਰਿਕੁਆਇਰਮੈਂਟ ਰਹਿ ਜਾਂਦੀ ਹੈ ਤੇ ਸਬਜ਼ੀਆਂ ਵਿੱਚ ਹੋਰ ਵੀ ਘੱਟ ਹੁੰਦੀ ਹੈ। ਸੋ ਇਹ ਡਿਪੈਂਡ ਕਰਦਾ ਕਿ ਆਪਾਂ ਕਿਸ ਤਰ੍ਹਾਂ ਦੀ ਫਸਲ ਹੈ ਜਿਹੜੀ ਉਹ ਬੀਜ ਰਹੇ ਹਾਂ। ਜਦੋਂ ਆਪਾਂ ਗੱਲ ਕਰਦੇ ਹਾਂ ਗੰਡੋਇਆਂ ਦੀ ਖਾਦ ਦੀ ਤਾਂ ਮੈਡਮ ਇੱਕ ਸੁਭਾਵਿਕ ਹੈ ਕਿ ਕਿਸਾਨ ਕਹੂਗਾ ਕਿ ਮੈਂ ਕਿਉਂ ਪਾਵਾਂ, ਵੀ ਮੈਨੂੰ ਇਹਦੇ 'ਚੋਂ ਵੱਧ ਕੀ ਮਿਲ ਰਿਹਾ। ਸੋ ਇਹਦੇ ਬਾਰੇ ਨਾ ਮੈਂ ਸਮਝਣਾ ਕਿ ਕਿਸਾਨ ਭਰਾਵਾਂ ਨੂੰ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ ਕਿ ਗੰਡੋਇਆਂ ਦੀ ਖਾਦ ਦੇ ਵਿੱਚ ਕਿਹੜੇ ਤੱਤ ਨੇ ਜਿਹੜੇ ਕਿ ਤੁਹਾਡੀ ਫਸਲ ਵਾਸਤੇ ਬਹੁਤ ਜ਼ਿਆਦਾ ਵਧੀਆ ਨੇ। ਜਾਂ ਮੈਂ ਜੇ ਦੂਸਰੀ ਗੱਲ ਕਰਾਂ ਵੀ ਜੇ ਤੁਸੀਂ ਯੂਰੀਆ ਤੇ ਡਾਇਆ ਤੇ ਸੁਪਰ ਪਾਉਂਦੇ ਹੋ ਤੇ ਉਹਦਾ ਸਾਡੀ ਜ਼ਮੀਨ ਨੂੰ ਨਾਲ ਦੀ ਨਾਲ ਕੀ ਨੁਕਸਾਨ ਹੈ? ਗੰਡੋਇਆਂ ਦੀ ਖਾਦ ਦੇ ਵਿੱਚ ਜਿਹੜੇ ਤੱਤ ਅਸੀਂ ਟੈਸਟ ਕੀਤੇ ਨੇ ਉਹਦੇ ਵਿੱਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਤੇ ਜਿਹੜੇ ਮਾਈਕਰੋ ਨਿਊਟ੍ਰੀਐਂਟ ਨੇ ਜਿਨ੍ਹਾਂ ਨੂੰ ਆਪਾਂ ਛੋਟੇ ਤੱਤ ਕਹਿੰਦੇ ਹਾਂ, ਆਇਰਨ, ਮੈਂਗਨੀਜ਼, ਕਾਪਰ, ਜ਼ਿੰਕ, ਇਹਨਾਂ ਸਾਰਿਆਂ ਨੂੰ ਇਹ ਸਾਰੇ ਤੱਤ ਉਹਦੇ ਵਿੱਚ ਪਾਏ ਜਾਂਦੇ ਨੇ। ਅਸੀਂ ਇਹਨਾਂ ਦਾ ਰੂੜੀ ਦੇ ਨਾਲ ਵੀ ਕੰਪੈਰੀਜ਼ਨ ਕੀਤਾ, ਰੂੜੀ ਦੇ ਨਾਲ ਇਹਨਾਂ ਦੀ ਤੁਲਨਾ ਕੀਤੀ ਹੈ। ਸੋ ਰੂੜੀ ਦੇ ਨਾਲ ਇਹਦਾ ਐਜ ਹੈਗਾ। ਇਹ ਜਿਹੜੀ ਗੰਡੋਆ ਖਾਦ ਹੈ ਇਹਦੇ ਵਿੱਚ 1.62% ਤੱਕ ਨਾਈਟ੍ਰੋਜਨ ਦੀ ਮਾਤਰਾ ਪਾਈ ਗਈ ਹੈ ਤੇ ਜਿਹੜੀ ਆਪਾਂ ਫਾਸਫੋਰਸ ਦੀ ਗੱਲ ਕਰੀਏ ਉਹ ਹੈ 1.97% ਤੇ ਜੇਕਰ ਆਪਾਂ ਪੋਟਾਸ਼ੀਅਮ ਦੀ ਗੱਲ ਕਰੀਏ ਉਹ ਹੈਗਾ ਜੀ 1.21%। ਸੋ ਇੱਦਾਂ ਹੀ ਜਿਹੜੇ ਵੱਡੇ ਤੱਤ ਵੀ ਹੈ ਇਹਦੇ ਵਿੱਚ, ਛੋਟੇ ਤੱਤ ਵੀ ਹੈ। ਸੋ ਇਹ ਮਤਲਬ ਅਸੀਂ ਉਸ ਤੋਂ ਇਲਾਵਾ ਇਹਦੇ ਵਿੱਚ ਜਿਹੜੇ ਭਾਰੀ ਤੱਤ ਹੁੰਦੇ ਆ ਉਹਨਾਂ ਦੀ ਵੀ ਟੈਸਟਿੰਗ ਕੀਤੀ ਹੈ। ਸੋ ਜਿਹੜੀ ਅਸੀਂ ਖਾਦ ਬਣਾ ਰਹੇ ਹਾਂ ਗੰਡੋਆ ਖਾਦ,
ਆਪਣੇ ਵਰਮੀ ਕੰਪੋਸਟ ਯੂਨਿਟ ਦੇ ਵਿੱਚ ਉਹ ਬਿਲਕੁਲ ਉਹਦੇ ਵਿੱਚ ਭਾਰੀ ਤੱਤ ਨਹੀਂ ਹੈ। ਡਾਕਟਰ ਸਾਹਿਬ ਫਿਰ ਘੁੰਮ ਕੇ ਗੱਲ ਉੱਥੇ ਆ ਜਾਣੀ ਆ ਕਿ ਕਿਹੜੀਆਂ ਫਸਲਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਮੈਂ ਤੁਹਾਨੂੰ ਕਿਹਾ ਵੀ ਕਣਕ ਨੂੰ ਪਾਉਣੀ ਚਾਹੀਦੀ ਆ, ਤੁਸੀਂ ਸਬਜ਼ੀਆਂ ਦੀ ਵੀ ਗੱਲ ਕੀਤੀ ਆ, ਤੇ ਹੋਰ ਕਿਹੜੀਆਂ ਫਸਲਾਂ ਨੇ, ਕਿਉਂਕਿ ਕਿਸਾਨ ਭਰਾ ਬਹੁਤ ਚਿੰਤਤ ਨੇ ਇਸ ਚੀਜ਼ ਤੋਂ ਕਿ ਸਾਨੂੰ ਇੱਕ ਆਰਗੈਨਿਕਲੀ ਇਹੋ ਜਿਹਾ ਮਿਲਣਾ ਚਾਹੀਦਾ ਔਰ ਉਹਨਾਂ ਕੋਲੇ ਸਮਾਂ ਵੀ ਹੁੰਦਾ ਵਾ ਪਿੰਡਾਂ ਦੇ ਵਿੱਚ ਕਿ ਉਹ ਖਾਦ ਬਣਾ ਸਕਦੇ ਔਰ ਜਗ੍ਹਾ ਵੀ ਹੈਗੀ ਆ। ਸੋ ਇਹਦੇ ਬਾਰੇ ਤੁਸੀਂ ਜ਼ਰੂਰ ਦੱਸੋ ਕਿ ਕਿਹੜੀ ਫਸਲ ਵਾਸਤੇ ਇਹਨੂੰ ਆਪਾਂ ਵਰਤ ਸਕਦੇ ਹਾਂ। ਮੈਂ ਜਿਵੇਂ ਕਿ ਪਹਿਲਾਂ ਵੀ ਦੱਸਿਆ ਵੀ ਜਿਹੜੀ ਗੰਡੋਆ ਖਾਦ ਆ ਉਹਨੂੰ ਆਪਾਂ ਹਰੇਕ ਪ੍ਰਕਾਰ ਦੀ ਫਸਲ ਦੇ ਲਈ ਵਰਤ ਸਕਦੇ ਹਾਂ। ਇਹਨਾਂ ਦੀ ਜਿਵੇਂ ਜ਼ਿਆਦਾ ਵਰਤੋਂ ਹੈ ਜਿਵੇਂ ਬਾਗਾਂ ਦੇ ਵਿੱਚ ਹੁੰਦੀ ਹੈ, ਠੀਕ ਹੈ, ਬਾਗਾਂ ਦੇ ਵਿੱਚ ਇਹਦੀ ਰਿਕੁਆਇਰਮੈਂਟ ਵੀ ਕਾਫੀ ਜ਼ਿਆਦਾ ਹੋ ਜਾਂਦੀ ਹੈ, ਇੱਕ ਬੂਟੇ ਨੂੰ ਕਾਫੀ ਜ਼ਿਆਦਾ ਮਾਤਰਾ ਵਿੱਚ ਚਾਹੀਦਾ ਹੈ, ਤੇ ਆਪਾਂ ਬਾਗਾਂ ਦੇ ਵਿੱਚ ਇਹਦੀ ਵਰਤੋਂ ਕਰ ਸਕਦੇ ਹਾਂ। ਤੇ ਸਬਜ਼ੀਆਂ ਦੇ ਵਿੱਚ ਇਹਦੀ ਜਿਹੜੀ ਵਰਤੋਂ ਕਰ ਸਕਦੇ ਹਾਂ, ਝੋਨਾ ਕਣਕ ਹੋ ਗਿਆ, ਆਪਾਂ ਮੱਕੀ ਹੋ ਗਿਆ, ਜਿਵੇਂ ਆਪਾਂ ਇਹ ਰੂੜੀ ਦੀ ਤਰ੍ਹਾਂ ਹਰੇਕ ਫਸਲ ਦੇ ਲਈ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ। ਤੇ ਮਤਲਬ ਗੰਡੋਆ ਖਾਦ ਦੀ ਵਰਤੋਂ ਕਰਨ ਦੇ ਨਾਲ ਸਾਡੀ ਮਿੱਟੀ ਦੇ ਭੌਤਿਕ, ਰਸਾਇਣਿਕ ਤੇ ਜਿਹੜੇ ਜੀਵਿਕ ਗੁਣ ਆ ਉਹ ਚੰਗੇ ਹੋ ਜਾਂਦੇ ਆ। ਸੋ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਕਿਸਾਨ ਭਰਾ ਜਿਹੜੇ ਨੇ ਉਹ ਕਾਫੀ ਤਿਆਰ ਹੋ ਚੁੱਕੇ ਨੇ ਆਰਗੈਨਿਕ ਫਾਰਮਿੰਗ ਵਾਸਤੇ ਜਾਣ ਵਾਸਤੇ, ਤੇ ਕੀ ਯੂਨੀਵਰਸਿਟੀ ਕੋਈ ਉਹਨਾਂ ਵਾਸਤੇ ਸਿਖਲਾਈ ਪ੍ਰੋਗਰਾਮ ਕਰਦੀ ਹੈ? ਇਹਦੇ ਬਾਰੇ ਹੈ ਕਿ ਸਾਡੇ ਅਸੀਂ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਵਿੱਚ ਵੀ ਟ੍ਰੇਨਿੰਗ ਦਿੰਦੇ ਹਾਂ ਵਰਮੀ ਕੰਪੋਸਟ ਬਾਰੇ ਤਿਆਰ ਕਰਨ ਬਾਰੇ। ਉਸ ਤੋਂ ਇਲਾਵਾ ਸਾਡਾ ਜਿਹੜਾ ਸਕਿੱਲ ਡਿਵੈਲਪਮੈਂਟ ਸੈਂਟਰ ਹੈ, ਜਿਵੇਂ ਸਾਡੇ ਕੋਲ ਕੋਈ ਵੀ ਫਾਰਮਰ ਆਉਂਦੇ ਨੇ, ਪਹਿਲਾਂ ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣਾ ਸਕਿੱਲ ਡਿਵੈਲਪਮੈਂਟ ਸੈਂਟਰ ਬਾਰੇ ਕਹਿੰਦੇ ਹਾਂ ਵੀ ਤੁਸੀਂ ਪਹਿਲਾਂ ਉੱਥੇ ਜਾ ਕੇ ਆਓ, ਕਿਉਂਕਿ ਉਹਨਾਂ ਦਾ ਕੰਮ ਹੈ ਕਿ ਟ੍ਰੇਨਿੰਗ ਆਰਗੇਨਾਈਜ਼ ਕਰਦੇ। ਜਦੋਂ ਉਹ ਟ੍ਰੇਨਿੰਗ ਆਰਗੇਨਾਈਜ਼ ਕਰਦੇ ਨੇ ਤਾਂ ਆਰਗੈਨਿਕ ਫਾਰਮਿੰਗ ਦੀਆਂ ਟ੍ਰੇਨਿੰਗਸ ਹੁੰਦੀਆਂ, ਉਹਨਾਂ ਦੇ ਵਿੱਚ ਸਾਡਾ ਟੌਪਿਕ ਹੁੰਦਾ ਵਰਮੀ ਕੰਪੋਸਟ ਦਾ। ਸੋ ਉਹਨਾਂ ਦੇ ਥਰੂ ਵੀ ਸਾਡੇ ਕੋਲੇ ਫਾਰਮਰ ਆ ਕੇ ਟ੍ਰੇਨਿੰਗ ਲੈਂਦੇ ਨੇ। ਉਸ ਤੋਂ ਇਲਾਵਾ ਅਸੀਂ ਆਨਲਾਈਨ, ਜਿਵੇਂ ਪਿੱਛੇ ਜੇ ਵੀ ਮੈਂ ਟ੍ਰੇਨਿੰਗ ਲਗਾਈ ਸੀ, ਆਨਲਾਈਨ ਟ੍ਰੇਨਿੰਗ ਲਗਾਈ ਸੀ। ਉਸ ਤੋਂ ਇਲਾਵਾ ਸਾਡੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਔਰ ਸਾਡੇ ਫਾਰਮ ਸਲਾਹਕਾਰ ਸੈਂਟਰ ਹੈ, ਉਹਨਾਂ ਦੇ ਉੱਤੇ ਵੀ ਮਤਲਬ ਜਿਹੜੇ ਸਾਡੇ ਵਿਗਿਆਨੀ ਆ ਉਹ ਵਰਮੀ ਕੰਪੋਸਟ ਦੇ ਉੱਪਰ ਟ੍ਰੇਨਿੰਗ ਦੇ ਰਹੇ ਹੈ। ਸੋ ਮੈਡਮ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਹੁਣ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹੇ ਨੇ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਰ ਕੋਈ ਤਤਪਰਤਾ ਦਿਖਾਉਂਦਾ ਹੈ ਕਿ ਮੈਂ ਵੀ ਇਹ ਕੰਮ ਸਟਾਰਟ ਕਰਾਂ, ਤੇ ਕੁਝ ਕਮਰਸ਼ੀਅਲ ਤੌਰ ਤੇ ਵੀ ਵਪਾਰਕ ਪੱਧਰ ਤੇ ਵੀ ਕਰਨਾ ਚਾਹੁੰਦੇ ਨੇ। ਜਦੋਂ ਆਪਾਂ ਕਿਸੇ ਹੁਣ ਚੰਡੀਗੜ੍ਹ ਦੀ ਗੱਲ ਕਰੀਏ, ਮੈਂ ਜੇ ਲੁਧਿਆਣੇ ਦੀ ਗੱਲ ਕਰਾਂ ਤਾਂ ਇੱਥੇ ਲੋਕ ਯੂਨਿਟ ਬਣਾਏ ਨੇ ਤੇ ਉਹ ਪੋਲੀਥੀਨ ਦੇ ਵਿੱਚ ਉਹਨੂੰ ਪਾਇਆ ਤੇ ਉਹ 40-40 ਰੁਪਏ ਦਾ 50-50 ਰੁਪਏ ਦਾ ਕਿਲੋ ਵੇਚ ਰਹੇ ਨੇ। ਕੋਈ ਇਹੋ ਜਿਹੇ ਕਿਸਾਨ ਤੁਸੀਂ ਵੀ ਤਿਆਰ ਕੀਤੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਕੋਲੋਂ ਲੋਕ ਲੈ ਸਕਣ ਔਰ ਆਪਣੇ ਗਮਲਿਆਂ ਨੂੰ, ਆਪਣੀਆਂ ਸਬਜ਼ੀਆਂ ਨੂੰ ਇਹੋ ਜਿਹੀ ਜਿਹੜੀ ਖਾਦ ਵਾ ਉਹਨੂੰ ਪਾ ਸਕਣ? ਸਾਡੇ ਸਕੂਲ ਆਫ ਆਰਗੈਨਿਕ ਫਾਰਮਿੰਗ ਵਿਖੇ ਜਿਹੜੀ ਅਸੀਂ ਵਰਮੀ ਕੰਪੋਸਟ ਤਿਆਰ ਕਰਦੇ ਹਾਂ, ਇਹਦੇ ਵਿੱਚ ਸਾਡੇ ਕਾਫੀ ਸਾਰੇ ਕਿਸਾਨ ਹੈ ਜਿਹੜੇ ਇਹ ਕੰਮ ਸ਼ੁਰੂ ਕਰ ਚੁੱਕੇ ਨੇ। ਤੇ ਮਤਲਬ ਉਹ ਆਪਣਾ ਮਤਲਬ ਸੈਂਪਲ ਦੇ ਤੌਰ ਤੇ ਉਹ ਆਪਣੇ ਨਰਸਰੀਆਂ ਦੇ ਵਿੱਚ ਵੀ ਆਪਣੇ ਪੈਕੇਟ ਬਣਾ ਕੇ ਦੇ ਕੇ ਆਉਂਦੇ ਆ। ਉਸ ਤੋਂ ਇਲਾਵਾ ਜਿਵੇਂ ਰੱਖ ਬਾਗ ਦੇ ਵਿੱਚ ਪਿੱਛੇ ਜੇ ਐਗਜ਼ੀਬਿਸ਼ਨ ਲੱਗੀ ਸੀ, ਉੱਥੇ ਵੀ ਮੇਰੇ ਇੱਕ ਫਾਰਮਰ ਹੈ ਸੁਖਵਿੰਦਰ ਸਿੰਘ, ਉਹਨਾਂ ਨੇ ਆਪਣੇ ਪੈਕੇਟ ਰੱਖੇ ਸੀ, ਉਹਨਾਂ ਦੀ ਕਾਫੀ ਸੇਲ ਹੋਈ। ਇਹ ਤੁਸੀਂ ਸਹੀ ਕਹਿ ਰਹੇ ਹੋ ਕਿ ਵਰਮੀ ਕੰਪੋਸਟ ਦਾ ਰੇਟ ਹੈ ਜਿਹੜਾ ਉਹ ਕਾਫੀ ਜ਼ਿਆਦਾ ਹੈ, ਕੋਈ 30 ਰੁਪਏ ਕਿਲੋ ਵੇਚ ਰਿਹਾ, ਕੋਈ ਮੇਰੇ ਕੋਲ ਇਹੋ ਜਿਹੇ ਵੀ ਫਾਰਮਰ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ 60 ਰੁਪਏ ਕਿਲੋ ਵੀ ਉਹ ਵੇਚ ਰਹੇ ਹੈ। ਪਰ ਮੈਂ ਤੁਹਾਨੂੰ ਦੱਸੂੰਗੀ ਕਿ ਸਾਡੇ ਸਕੂਲ ਆਫ ਆਰਗੈਨਿਕ ਫਾਰਮਿੰਗ ਵਿਖੇ ਜਿਹੜੀ ਅਸੀਂ ਖਾਦ ਹੈ ਉਹ 12 ਰੁਪਏ ਕਿਲੋ ਵੇਚਦੇ ਹਾਂ ਜੀ। ਤੇ ਅਸੀਂ ਮਤਲਬ ਸਾਡੀ ਖਾਦ ਹੈ ਜਿਹੜੀ ਉਹ ਸੇਲ ਪਰਪਸ ਲਈ ਹੈ, ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ। ਉਸ ਤੋਂ ਇਲਾਵਾ ਸਾਡੇ ਜਿਹੜੇ ਆਪਣੇ ਐਕਸਪੈਰੀਮੈਂਟ ਚੱਲਦੇ ਆ ਉਹਨਾਂ ਦੇ ਵਿੱਚ ਵੀ ਅਸੀਂ ਯੂਜ਼ ਕਰਦੇ ਹਾਂ ਉਹਨਾਂ ਨੂੰ। ਆਰਗੈਨਿਕ ਫਾਰਮਿੰਗ ਦੀ ਆਪਾਂ ਗੱਲ ਕਰਦੇ ਹਾਂ ਔਰ ਕਮਿੰਗ ਜਿਹੜਾ ਆਉਣ ਵਾਲਾ ਸਮਾਂ ਵਾ, ਉਹ ਵੀ ਮੈਂ ਸਮਝਣਾ ਵੀ ਹਰ ਇੱਕ ਇਹ ਗੱਲ ਕਰਦਾ ਵੀ ਮੈਨੂੰ ਜੀ ਆਰਗੈਨਿਕਲੀ ਪ੍ਰੋਡਿਊਸ ਕੀਤੀ ਚੀਜ਼ ਮਿਲੇ। ਔਰ ਤੁਸੀਂ ਆਰਗੈਨਿਕ ਫਾਰਮਿੰਗ ਸਕੂਲ ਜਿਹੜਾ ਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਥਾਪਿਤ ਕੀਤਾ, ਉਹਦੇ ਵਿੱਚ ਤੁਸੀਂ ਸੇਵਾ ਨਿਭਾ ਰਹੇ ਹੋ। ਤੁਸੀਂ ਹੋਰ ਕਿਹੜੇ ਵਰਮੀ ਕੰਪੋਸਟ ਨੂੰ ਰਿਲੇਟਡ ਕਹਿ ਲਓ ਜਾਂ ਮੈਂ ਕਹਾਂ ਕਿ ਹੋਰ ਜਿੰਨੇ ਵੀ ਪਦਾਰਥ ਆਪਾਂ ਖਾਂਦੇ ਆ, ਸਬਜ਼ੀਆਂ ਵਾ ਜਾਂ ਉਹਦੇ ਵਿੱਚ ਇਹਨਾਂ ਨੂੰ ਵਰਤ ਕੇ ਤੇ ਲੋਕਾਂ ਨੂੰ ਜਿਹੜਾ ਅਵੇਅਰ ਕਰ ਰਹੇ ਹੋ? ਆਪਾਂ ਵਰਮੀ ਕੰਪੋਸਟ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਆਪਾਂ ਰੂੜੀ ਦੀ ਖਾਦ ਦੀ ਗੱਲ ਕਰ ਸਕਦੇ ਹਾਂ, ਮੁਰਗੀਆਂ ਦੀ ਖਾਦ ਆ ਗਈ, ਬਾਇਓਗੈਸ ਪਲਾਂਟ ਦੇ ਵਿੱਚ ਜਿਹੜੀ ਨਿਕਲੀ ਹੋਈ ਸਲਰੀ ਹੈ, ਇਹ ਸਾਰੀਆਂ ਜੈਵਿਕ ਖਾਦਾਂ ਜਿਹੜੀਆਂ ਆਪਾਂ ਵਰਤ ਸਕਦੇ ਹਾਂ। ਜਦੋਂ ਆਪਾਂ ਗੱਲ ਕਰਦੇ ਹਾਂ ਆਰਗੈਨਿਕ ਫਾਰਮਿੰਗ ਸਕੂਲ ਦੀ, ਦੇਖੋ ਸਮੇਂ ਦੀ ਮੰਗ ਹੈ ਔਰ ਹਰ ਕੋਈ ਭਾਵੇਂ ਸ਼ਹਿਰ 'ਚ ਰਹਿੰਦਾ ਜਾਂ ਪਿੰਡ 'ਚ ਰਹਿੰਦਾ, ਉਹਨੂੰ ਇੰਨਾ ਪਤਾ ਲੱਗ ਗਿਆ ਕਿ ਕੋਈ ਫਲ ਵਾ, ਕੋਈ ਸਬਜ਼ੀ ਆ ਵੀ ਉਹਦੇ ਵਿੱਚ ਇਨਸੈਕਟੀਸਾਈਡ, ਪੈਸਟੀਸਾਈਡ ਬਹੁਤ ਆ ਰਿਹਾ।
ਤੇ ਬੜੀ ਵਧੀਆ ਗੱਲ ਹੈ ਕਿ ਤੁਸੀਂ ਇੱਕ ਆਰਗੈਨਿਕ ਫਾਰਮਿੰਗ ਸਕੂਲ ਦੇ ਵਿੱਚ ਕੰਮ ਕਰ ਰਹੇ ਹੋ ਐਜ਼ ਏ ਪ੍ਰੋਫੈਸਰ। ਔਰ ਤੁਸੀਂ ਕੀ ਸਮਝਦੇ ਹੋ ਕਿ ਕਿਹੜੀਆਂ-ਕਿਹੜੀਆਂ ਹੋਰ ਫਸਲਾਂ ਤੇ ਤੁਸੀਂ ਵਰਮਿੰਗ ਕੰਪੋਸਟ ਦੇ ਨਾਲ ਔਰ ਲੋਕਾਂ ਨੂੰ ਇਸ ਨੂੰ ਜਾਣੂ ਕਰਾ ਰਹੇ ਹੋ ਔਰ ਇਹ ਲੋਕ ਇਹਦਾ ਫਾਇਦਾ ਲੈਣ ਔਰ ਸਿਹਤ ਵਾਸਤੇ ਵਧੀਆ ਰਹਿਣ? ਹੋਰ ਕਿਹੜੇ ਕੰਮ ਤੁਹਾਡਾ ਸਕੂਲ ਕਰ ਰਿਹਾ ਜੀ? ਸਾਡਾ ਜਿਹੜਾ ਸਕੂਲ ਆਫ ਆਰਗੈਨਿਕ ਫਾਰਮਿੰਗ ਹੈ, ਇਹ ਸਾਡੇ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਵਿੱਚ ਹਰ ਵਿਸ਼ਿਆਂ ਦੇ ਮਾਹਿਰ ਹੈ। ਜਿਵੇਂ ਸਾਡੇ ਕੀਟ ਵਿਗਿਆਨੀ ਹੈ, ਉਹ ਵੀ ਮਤਲਬ ਅਲੱਗ-ਅਲੱਗ, ਜਿਵੇਂ ਨਿੰਮ ਦੇ ਪੱਤਿਆਂ ਦੀ ਸਪਰੇਅ ਤਿਆਰ ਕਰਕੇ, ਉਹਦੀਆਂ ਕਰੂੰਬਲਾਂ ਵਗੈਰਾ ਲੈ ਕੇ ਉਹਦੀ ਸਪਰੇਅ ਤਿਆਰ ਕਰਕੇ ਉਹਨਾਂ ਨੇ ਕਾਫੀ ਰਿਕਮੈਂਡੇਸ਼ਨਸ ਵੀ ਦਿੱਤੀਆਂ ਨੇ, ਤੇ ਉਹ ਵੀ ਉਹਨਾਂ ਦੀ ਵਰਤੋਂ ਵੀ ਹੋ ਰਹੀ ਹੈ। ਉਸ ਤੋਂ ਇਲਾਵਾ ਜਿਹੜੇ ਸਾਡੇ ਪਲਾਂਟ ਪੈਥੋਲੋਜਿਸਟ ਹੈ, ਉਹ ਵੀ ਮਤਲਬ ਇਹਨਾਂ ਵਿਸ਼ਿਆਂ 'ਤੇ ਕੰਮ ਕਰ ਰਹੇ ਹੈ। ਸੋ ਸਾਡਾ ਜਿਹੜਾ ਮੁੱਖ ਮੁੱਦਾ ਹੈਗਾ, ਅਸੀਂ ਚਾਹੁੰਦੇ ਹਾਂ ਕਿ ਸਾਡੇ ਵੱਧ ਤੋਂ ਵੱਧ ਕਿਸਾਨ ਹੈ ਹੁਣ ਉਹ ਜੈਵਿਕ ਖੇਤੀ ਵੱਲ ਆਉਣ ਅਤੇ ਜੈਵਿਕ ਖੇਤੀ ਨੂੰ ਅਪਣਾਉਣ। ਸੋ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਹਦੀ ਵਰਤੋਂ ਆਪਾਂ ਕਿਵੇਂ ਕਰਨੀ ਆ, ਤਾਂ ਸੁਭਾਵਿਕ ਹੈ ਕਿ ਉਹਦੀ ਵਰਤੋਂ ਜਿਹੜੀ ਆ ਉਹ ਖੇਤਾਂ ਦੇ ਵਿੱਚ ਕਿਲੋ ਜਾਂ ਉਹਨੂੰ ਸਪਰੇਅ ਕਰਕੇ ਜਾਂ ਕਿਵੇਂ ਵੀ ਕਰ ਸਕਦੇ ਹਾਂ, ਇਹਦੇ ਬਾਰੇ ਵੀ ਜ਼ਰੂਰ ਦੱਸੋ। ਵਰਮੀ ਕੰਪੋਸਟ ਹੈ ਜਿਹੜੇ ਆਪਾਂ ਜਿਸ ਤਰ੍ਹਾਂ ਆਪਾਂ ਰੂੜੀ ਦੀ ਵਰਤੋਂ ਕਰਦੇ ਹਾਂ ਉਸ ਤਰ੍ਹਾਂ ਵੀ ਇਹਦੀ ਵਰਤੋਂ ਕਰ ਸਕਦੇ ਹਾਂ। ਜਿਵੇਂ ਆਪਾਂ ਜ਼ਮੀਨ ਦੇ ਵਿੱਚ ਪਾ ਸਕਦੇ ਹਾਂ ਇਹਨੂੰ। ਉਸ ਤੋਂ ਇਲਾਵਾ ਆਪਾਂ ਵਰਮੀ ਕੰਪੋਸਟ ਦੀ ਸਪਰੇਅ ਵੀ ਤਿਆਰ ਕਰ ਸਕਦੇ ਹਾਂ, ਜਿਵੇਂ ਪਾਣੀ ਦੇ ਵਿੱਚ ਘੋਲ ਕੇ ਇਹਦੀ ਆਪਾਂ ਸਪਰੇਅ ਵੀ ਕਰ ਸਕਦੇ ਹਾਂ ਜੀ। ਸੋ ਬਹੁਤ ਵਧੀਆ ਗੱਲ ਜਿਹੜੀ ਮੈਡਮ ਹੋਣਾ ਨੇ ਕੀਤੀ ਆ ਕਿ ਸਾਡੇ ਕਿਸਾਨ ਭਰਾਵੋ, ਤੁਸੀਂ ਵੀ ਵਰਮੀ ਕੰਪੋਸਟ ਦਾ ਪੈਕਟ ਸਾਡੇ ਕੋਲੋਂ 12 ਰੁਪਏ ਕਿਲੋ ਲੈ ਕੇ ਔਰ ਉਹਨੂੰ ਘੋਲ ਕੇ ਉਹਦੀ ਸਪਰੇਅ ਜਿਹੜੀ ਆ ਉਹ ਵੀ ਕਰ ਸਕਦੇ ਹੋ, ਜਿਹੜੀ ਅਸੀਂ ਦੱਸਣਾ ਚਾਹੁੰਦੇ ਸੀ ਤੁਹਾਨੂੰ। ਸੋ ਮੈਂ ਸਮਝਣਾ ਕਿ ਜੋ ਅੱਜ ਦਾ ਅਹਿਮ ਇੱਕ ਟੌਪਿਕ ਕਿ ਪਰਾਲੀ ਤੋਂ ਗੰਡੋਇਆਂ ਦੀ ਖਾਦ ਆਪਾਂ ਕਿਵੇਂ ਤਿਆਰ ਕਰੀਏ ਔਰ ਉਹ ਤਿਆਰ ਕਰਕੇ ਪਰਾਲੀ ਦਾ ਨਿਬੇੜਾ ਵੀ ਜਿਹੜਾ ਵਾ ਉਹ ਨਾਲ ਦੀ ਨਾਲ ਕਿਵੇਂ ਹੋ ਸਕਦਾ, ਔਰ ਆਉਣ ਵਾਲੀਆਂ ਫਸਲਾਂ ਵਾਸਤੇ ਗੰਡੋਇਆਂ ਦੀ ਖਾਦ ਜਿਹੜੀ ਇਹਦੇ ਕੀ ਫਾਇਦੇ ਹੋ ਸਕਦੇ ਨੇ। ਸੋ ਤੁਸੀਂ ਸਿਖਲਾਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਲਓ ਔਰ ਇਹ ਧੰਦਾ ਜਿਹੜਾ ਵਾ ਵਪਾਰਕ ਪੱਧਰ 'ਤੇ ਵੀ ਤੁਸੀਂ ਚਲਾ ਸਕਦੇ ਹੋ। ਸੋ ਡਾਕਟਰ ਮੈਡਮ ਨੀਰਜਾ ਰਾਣੀ ਜੀ, ਸਾਡੇ ਕਿਸਾਨ ਭਰਾਵਾਂ ਨਾਲ ਗੱਲਬਾਤ ਕਰ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ।